ਸਵਾਗਤ ਕਰਦੀ ਹਾਂ ਪਿਆਰੇ ਸਾਥੀਓ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਅਸੀਂ ਕਹਾਣੀ ਕਰਾਂਗੇ ਜੋ ਕਿ ਡਾਕਟਰ ਦਲੀਪ ਕੌਰ ਟਿਵਾਣਾ ਜੀ ਦੀ ਲਿਖੀ ਹੋਈ ਹੈ। ਤਾਂ ਤੁਸੀਂ ਦੇਖ ਰਹੇ ਹੋ ਟਾਈਟਲ ਕੀ ਹੈ, ਕਿਸੇ ਦੀ ਧੀ, ਜੋ ਕਿ ਇਹ ਕਹਾਣੀ ਵੀ ਬੜੀ ਸੋਹਣੀ ਹੈ ਔਰ ਬਹੁਤ ਹੀ ਪ੍ਰਸਿੱਧ ਹੈ। ਡਾਕਟਰ ਦਲੀਪ ਕੌਰ ਟਿਵਾਣਾ ਜੀ ਦੀਆਂ ਚੋਣਵੀਆਂ ਕਹਾਣੀਆਂ ਵਿੱਚੋਂ ਇੱਕ ਕਹਾਣੀ ਹੈ। ਪੂਰੇ ਮਨ ਦੇ ਨਾਲ, ਪੂਰੇ ਦਿਲ ਦੇ ਨਾਲ ਆਪਣਾ ਜਦੋਂ ਤੁਹਾਡਾ ਫ੍ਰੀ ਸਮਾਂ ਹੋਇਆ ਉਦੋਂ ਤੁਸੀਂ ਸੁਣ ਲੈਣਾ, ਠੀਕ ਹੈ ਜੀ। ਤਾਂ ਸੁਣਨ ਦੇ ਲਈ ਬੜੀ ਵੀ ਸ਼ਕਤੀ ਚਾਹੀਦੀ ਆ, ਠੀਕ ਹੈ ਨਾ। ਤਾਂ ਆਪਣਾ ਵੈਸੇ ਤਾਂ ਰੁਚੀ ਹੋਰ ਬਣ ਜਾਂਦੀ ਹੈ ਇਸ ਤਰ੍ਹਾਂ ਕਹਾਣੀਆਂ ਪੜ੍ਹਨ ਦੇ ਨਾਲ। ਤਾਂ ਨਾਲੇ ਸਾਡੇ ਇੱਕ ਤੀਰ ਨਾਲ ਤਿੰਨ ਚਾਰ ਨਿਸ਼ਾਨੇ ਵੱਜ ਜਾਂਦੇ। ਇੱਕ ਤਾਂ ਸਾਡੀ ਪੜ੍ਹਨ ਰੁਚੀ ਬਣ ਜਾਂਦੀ ਆ, ਦੂਜਾ ਸਾਡਾ ਮਨ ਸ਼ਾਂਤ ਹੋ ਜਾਂਦਾ ਆ, ਤੀਸਰਾ ਸਾਡਾ ਮਨ ਜਿਹੜਾ ਉਕਤਾਇਆ ਉਹਦੀ ਥਕਾਵਟ ਲੱਥ ਜਾਂਦੀ ਆ, ਤਾਂ ਚੌਥਾ ਅਸੀਂ ਸਿੱਖਦੇ ਬੜਾ ਕੁਛ ਆ, ਅਤੇ ਪੰਜਵਾਂ ਸਾਡੀ ਮੰਜ਼ਿਲ ਦੇ ਲਈ ਜੋ ਨਿਰੰਤਰਤਾ ਹੈ ਉਹ ਬਣੀ ਰਹਿੰਦੀ ਆ। ਤਾਂ ਕਰਦੇ ਹਾਂ ਅੱਜ ਵਾਲੀ ਕਹਾਣੀ, ਕਿਸੇ ਦੀ ਧੀ। ਘਰ ਵਸਦੀ ਰਸਦੀ ਧੀ ਦਾ ਮਰ ਜਾਣਾ ਮਾਪਿਆਂ ਲਈ ਲੋੜਾ ਸੀ। ਆਪਣੇ ਘਰ ਸੁਖੀ ਵਸਦੀਆਂ ਧੀਆਂ ਤਾਂ ਬਰਾਬਰ ਦੀਆਂ ਧੀਆਂ ਹੁੰਦੀਆਂ ਨੇ, ਪਰ ਧੀ ਦੇ ਪਿੱਛੋਂ ਤਾਂ ਧੀ ਮਰੀ ਜਵਾਈ ਚੋਰ ਵਰਗਾ ਹਿਸਾਬ ਹੋ ਜਾਂਦਾ। ਚੰਦਰੀ ਦੇ ਉਹਨਾਂ ਮਾਸੂਮਾਂ ਦਾ ਕੀ ਬਣੂ ਜਿਨ੍ਹਾਂ ਨੂੰ ਵਿਲਕਦੇ ਛੱਡ ਗਈ। ਮਾਂ ਕਾਲਜੇ ਵਿੱਚ ਮੁੱਕੀਆਂ ਦੇ ਸੋਚਦੀ, ਕੁੜੇ ਬਸੰਤ ਕੌਰੇ, ਤੇਰੇ ਨਾਲ ਰੱਬ ਨੇ ਅਣਹੋਈ ਕੀਤੀ ਹੈ, ਪਰ ਹੁਣ ਸਿਆਣੀ ਬਣੀ, ਘਰੋਂ ਜਮਾਈ ਨੂੰ ਨਾ ਧੱਕੀ। ਦਿਲ ਤੇ ਪੱਥਰ ਧਰ ਕੇ ਛੋਟੀ ਕੁੜੀ ਦਾ ਸਾਕ ਕਰਦੀ, ਜਵਾਕ ਪਲ ਜਾਣਗੇ, ਕੋਈ ਹੋਰ ਆ ਗਈ ਤਾਂ ਰੋਲ ਕੇ ਮਾਰ ਦੂ। ਸ਼ਰੀਕੇ ਵਿੱਚੋਂ ਇੱਕ ਵਡੇਰੀ ਉਮਰ ਦੀ ਜਨਾਨੀ ਨੇ ਸਮਝਾਇਆ। ਮਾਂ ਦੀਆਂ ਅੱਖਾਂ ਅੱਗੇ ਚਹੁੰ ਬੱਚਿਆਂ ਦਾ ਬਾਪ ਅਧਖੜ ਜਿਹਾ ਜਵਾਈ ਤੇ ਫੁੱਲ ਵਰਗੀ ਬਾਲੜੀ ਧੀ ਇੱਕੋ ਵਾਰੀ ਫਿਰ ਗਏ। ਉਹਦਾ ਦਿਲ ਘਟਿਆ। ਫਿਰ ਧੀ ਦੇ ਮਸ਼ਹੂਰ ਬਾਲਾਂ ਦਾ ਚੇਤਾ ਆਇਆ ਤੇ ਤ੍ਰਿਪ ਹੰਝੂ ਉਹਦੀਆਂ ਅੱਖਾਂ ਵਿੱਚੋਂ ਡਿੱਗਣ ਲੱਗੇ। ਜਦੋਂ 3-4 ਮਹੀਨੇ ਲੰਘ ਗਏ ਤਾਂ ਮਾਂ ਨੇ ਪਾਲੀ ਨੂੰ ਕੋਲ ਸੱਦ ਕੇ ਆਖਿਆ, ਪਾਲੀ ਮੇਰੀ ਰਾਣੀ ਧੀ, ਹੁਣ ਆਪਣੇ ਤੇ ਰੱਬ ਨੇ ਵਕਤ ਪਾਇਆ ਹੈ, ਰਲ ਮਿਲ ਕੇ ਹੀ ਕੱਟਣਾ ਪਊਗਾ। ਮੈਂ ਤਾਂ ਤੇਰੀ ਖਾਤਰ ਨਵੇਂ ਸ਼ਹਿਰ ਬਥੇਰਾ ਚੰਗਾ ਮੁੰਡਾ ਦੇਖ ਰੱਖਿਆ ਸੀ, ਪਰ ਤੁਹਾਡੇ ਨੂੰ ਜੋ ਮਨਜ਼ੂਰ ਹੁੰਦਾ ਉਹੀ ਹੈ। ਜੇ ਕੋਈ ਹੋਰ ਆਈ ਜਵਾਕਾਂ ਦੀ ਦੁਰਦਸ਼ਾ ਕਰ ਦੂ। ਬਲਵੰਤ ਪਰਸੋਂ ਦਾ ਇਸੇ ਖਾਤਰ ਬੈਠਾ ਹੈ ਕਿ ਮੈਨੂੰ ਕੋਈ ਸੁਰ ਜਵਾਬ ਦਿਓ। ਮੈਂ ਤਾਂ ਰੋਟੀ ਕੰਨਿਓ ਬੜਾ ਔਖਾ ਹਾਂ। ਮੈਂ ਤਾਂ ਆਖ ਦਿੱਤਾ ਸੀ ਤੇਰੇ ਬਾਪ ਨੂੰ, ਪਾਲੀ ਤਾਂ ਗਊ ਧੀ ਹੈ, ਨਾਲੇ ਧੀਆਂ ਘਰ ਤਾਂ ਰੱਖੀਆਂ ਹੀ ਨਹੀਂ ਜਾਂਦੀਆਂ ਹੁੰਦੀਆਂ, ਹੋਰ ਵੀ ਤਾਂ ਕੋਈ ਟੋਲਾਂਗੇ ਹੀ, ਖਬਰੇ ਕਿਹੋ ਜਿਹਾ ਹੋਊ, ਇਹਦੇ ਨਾਲ ਤਾਂ ਰਲ ਵਰਤੇ ਹਾਂ। ਮਾਂ ਉਦਾਸ ਬੈਠੀ ਪਾਲੀ ਨੂੰ ਕਹਿੰਦੀ ਗਈ, ਭਰਾ ਜੀ ਇੰਨੇ ਵਰੇ ਜਿਹਨੂੰ ਮੈਂ ਕਹਿੰਦੀ ਰਹੀ, ਹੁਣ ਉਹੀ ਮੇਰਾ ਪਤੀ। ਸੋਚਦਿਆਂ ਹੀ ਪਾਲੀ ਦਾ ਜੀ ਥੋੜਾ ਹੋ ਗਿਆ। ਉਹ ਅੰਦਰ ਜਾ ਕੇ ਰੋਣ ਲੱਗੀ। ਮਾਂ ਨੇ ਸੋਚਿਆ ਵਿਆਹ ਦੇ ਨਾਂ ਤੇ ਆਮ ਹੀ ਕੁੜੀਆਂ ਉਦਾਸ ਹੋ ਜਾਇਆ ਕਰਦੀਆਂ ਨੇ। ਹੋਰ 2 ਮਹੀਨਿਆਂ ਨੂੰ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ, ਪਰ ਗੱਲ ਤੇ ਮਰਨ ਵਾਲੀ ਨੂੰ ਯਾਦ ਕਰਕੇ ਹੌਕੇ ਭਰੇ ਜਾਂਦੇ, ਹੰਝੂ ਕਿਰਦੇ। ਇਸ ਤਰ੍ਹਾਂ ਪਾਲੀ ਦੇ ਜੀਵਨ ਦੀਆਂ ਸ਼ੁਭ ਘੜੀਆਂ ਧੁੰਦ ਲਪੇਟੀਆਂ ਤੇ ਕਾਲਖ ਕੱਜੀਆਂ ਹੋ ਗਈਆਂ। ਬੇਜਾਨ ਪੁਤਲੀ ਵਾਂਗ ਬੱਦੀ ਰੁੱਦੀ ਉਹ ਸਭ ਰਸਮਾਂ ਵਿੱਚੋਂ ਗੁਜ਼ਰ ਗਈ। ਅਨੇਕਾਂ ਵਾਰੀ ਉਸਨੇ ਆਪਣੇ ਮਨ ਨੂੰ ਯਾਦ ਕਰਵਾਇਆ ਕਿ ਅੱਜ ਤੋਂ ਉਹ ਕਿਸੇ ਦੀ ਪਤਨੀ ਹੈ। ਉਹਦੇ ਮਨ ਦੀਆਂ 17 ਰਤਾ ਕੁ ਥਿਰਕੀਆਂ, ਪਰ ਦੂਜੇ ਹੀ ਪਲ ਉਸਦਾ ਪਤੀ ਆਪਣੇ ਬਿਮਾਰ ਬੱਚੀ ਨੂੰ ਚੁੱਕ ਕੇ ਉਸਦੇ ਕਮਰੇ ਵਿੱਚ ਆਇਆ ਤੇ ਆਖਣ ਲੱਗਾ, ਵਿਆਹ ਦੇ ਕਜੀਏ ਵਿੱਚ ਤਾਂ ਬੱਚਿਆਂ ਦਾ ਖਿਆਲ ਹੀ ਨਹੀਂ ਰੱਖਿਆ ਗਿਆ। ਕੁੱਕੂ ਦਾ ਗਲਾ ਖਰਾਬ ਹੋ ਗਿਆ ਹੈ, ਸ਼ਾਇਦ ਕੋਈ ਖੱਟੀ ਚੀਜ਼ ਖਾ ਗਿਆ। ਗੁੱਡੀ ਨੂੰ ਕਿੰਨਾ ਤੇਜ਼ ਬੁਖਾਰ ਚੜ ਗਿਆ ਹੈ, ਉਹਦੇ ਜਿਉਂਦਿਆਂ ਕਦੇ ਕਿਸੇ ਦਾ ਕੰਨ ਤੱਤਾ ਨਹੀਂ ਸੀ ਹੋਇਆ। ਪਾਲੀ ਨੇ ਇੱਕ ਵਾਰ ਆਪਣੇ ਮਹਿੰਦੀ ਰੱਤੇ ਚੂੜੇ ਵਾਲੇ ਹੱਥਾਂ ਵੱਲ ਵੇਖਿਆ ਤੇ ਫਿਰ ਬੱਚੀ ਨੂੰ ਫੜ ਲਿਆ। ਸਾਰੀ ਰਾਤ ਉਹ ਬਿਮਾਰ ਬੱਚੀ ਨੂੰ ਗੋਦ ਵਿੱਚ ਲੈ ਕੇ ਬੈਠੀ ਰਹੀ ਤੇ ਉਸਦਾ ਪਤੀ ਕੋਲ ਸੁੱਤਾ ਰਿਹਾ। ਅਗਲੇ ਦਿਨ ਉਹਦਾ ਪਤੀ ਉਸਨੂੰ ਪੇਕੇ ਫੇਰਾ ਪਵਾ ਕੇ ਲਿਆਇਆ। ਚੌਥੇ ਪੰਜਵੇਂ ਦਿਨ ਉਸਨੇ ਗੋਟੇ ਪੱਟੀਆਂ ਵਾਲੇ ਵਧੀਆ ਕੱਪੜੇ ਟਰੰਕ ਵਿੱਚ ਬੰਦ ਕਰ ਦਿੱਤੇ। ਸਾਦੇ ਜਿਹੇ ਕੱਪੜੇ ਪਾ ਲਏ, ਕਿਉਂਕਿ ਵਧੀਆ ਕੱਪੜਿਆਂ ਨੂੰ ਬੱਚੇ ਜਿਹੜੇ ਸੀਗੇ ਉਹ ਦਾਲ ਸਬਜ਼ੀ ਹੱਥ ਲਾ ਦਿੰਦੇ ਸਨ ਤੇ ਕਦੇ ਭਾਂਡੇ ਮਾਂਜਦਿਆਂ ਗੰਦੇ ਛਿੱਟੇ ਪੈ ਜਾਂਦੇ ਸਨ। ਇੱਕ ਦਿਨ ਸੁੱਤਿਆ ਉਸਨੂੰ ਦੇਰ ਹੋ ਗਈ। ਰਾਤ ਨੂੰ ਗੁੱਡੀ ਦਾ ਕੰਨ ਦੁਖਣ ਕਰਕੇ ਉਹ ਬਹੁਤ ਦੇਰ ਜਾਗਦੀ ਰਹੀ ਸੀ। ਸਵੇਰੇ ਚਾਹ ਨੂੰ ਦੇਰ ਹੋਣ ਕਰਕੇ ਕੁੱਕੂ ਰੋਣ ਲੱਗ ਪਿਆ। ਕਾਲੀ ਕਰਦਿਆਂ ਦੁੱਧ ਹੱਥੋਂ ਛੁੱਟ ਗਿਆ। ਬਲਵੰਤ ਖਿੱਚ ਕੇ ਬੋਲਿਆ, ਉਹਦੇ ਸੱਤਿਆ ਮਾਨ ਦੇ ਹੁੰਦਿਆਂ ਕਦੇ ਪਤਾ ਵੀ ਨਹੀਂ ਸੀ ਲੱਗਦਾ ਕਿਹੜੇ ਵੇਲੇ ਸਾਰੇ ਕੰਮ ਹੋ ਜਾਂਦੇ ਸਨ। ਪਾਲੀ ਨੂੰ ਰੋਣਾ ਆ ਗਿਆ। ਦੂਜੇ ਪਾਸੇ ਮੂੰਹ ਕਰਕੇ ਉਸਨੇ ਅੱਖਾਂ ਪੂੰਝ ਲਈਆਂ। ਸਾਰਾ ਦਿਨ ਉਹ ਕਾਲੇ ਬੱਦਲ ਵਾਂਗ ਕੰਮੀ ਜੁੱਟੀ ਰਹੀ। ਕਦੇ ਬੱਚਿਆਂ ਨੂੰ ਤਿਆਰ ਕਰਦੀ, ਕਦੇ ਰੋਟੀ ਪਕਾਉਂਦੀ, ਕਦੇ ਕੱਪੜੇ ਧੋਂਦੀ ਤੇ ਕਦੇ ਘਰ ਸੰਭਰਦੀ। 2 ਮਹੀਨਿਆਂ ਵਿੱਚ ਉਹ ਬੜੀ ਵੱਡੀ ਲੱਗਣ ਲੱਗ ਪਈ ਸੀ, ਬੜੀ ਥੱਕੀ ਤੇ ਉਦਾਸ। ਅੱਜ ਆਪਾਂ ਸਿਨੇਮੇ ਚੱਲੀਏ? ਇੱਕ ਦਿਨ ਝਿਜਕਦਿਆਂ ਪਾਲੀ ਨੇ ਆਪਣੇ ਪਤੀ ਨੂੰ ਆਖਿਆ। ਤੇਜ ਨੂੰ ਤਾਂ ਸਿਨੇਮੇ ਜ਼ਰਾ ਹੀ ਪਸੰਦ ਨਹੀਂ ਸੀ। 10 ਵਰਿਆਂ ਵਿੱਚ ਅਸੀਂ ਮਸਾਂ 5 ਫਿਲਮਾਂ ਦੇਖੀਆਂ ਹੋਣਗੀਆਂ, ਉਹ ਵੀ ਕਿਸੇ ਦੇ ਆਏ ਗਏ ਤੇ। ਉਹ ਚੁੱਪ ਕਰ ਗਈ। ਕਮਰਾ ਸਾਫ਼ ਕਰਦਿਆਂ ਅੱਜ ਉਹ ਆਪਣੀ ਭੈਣ ਦੀ ਤਸਵੀਰ ਕਿੰਨਾ ਚਿਰ ਦੇਖਦੀ ਰਹੀ। ਪਤੀ ਉਸਦਾ ਸਵੇਰੇ ਤਿਆਰ ਹੋ ਕੇ ਦਫ਼ਤਰ ਚਲਿਆ ਜਾਂਦਾ, ਦਫ਼ਤਰ
ਉੱਤਰੋਂ ਆ ਕੇ ਰਚ ਮਿਚ ਜਾਂਦਾ, ਸ਼ਾਮ ਨੂੰ ਉਹਨਾਂ ਦੇ ਨਾਲ ਹੀ ਸੈਰ ਨੂੰ ਤੁਰ ਜਾਂਦਾ ਤੇ ਰਾਤ ਵੀ ਉਹਨਾਂ ਨੂੰ ਕਹਾਣੀਆਂ ਸੁਣਾ ਕੇ ਸਲਾਉਂਦਾ ਆਪ ਵੀ ਸੌਂ ਜਾਂਦਾ। ਪਾਲੀ ਕਦੇ ਕਦੇ ਢਾਡੀ ਹਸਰਤ ਦੇ ਨਾਲ ਉਸ ਵੱਲ ਤੱਕਦੀ, ਪਰ ਦੂਜੇ ਹੀ ਪਲ ਖਾਲੀ ਨਜ਼ਰਾਂ ਨਾਲ ਦੂਜੇ ਪਾਸੇ ਤੱਕਣ ਲੱਗ ਜਾਂਦੀ। ਪਤੀ ਉਹਦਾ ਜ਼ਿੰਦਗੀ ਹੰਢਾ ਚੁੱਕਿਆ ਸੀ, ਪਰ ਪਾਲੀ ਦੇ ਕੋਲੋਂ ਦੀ ਬਹਾਰ ਗੁਜ਼ਰਦੀ ਜਾ ਰਹੀ ਸੀ। ਸਭ ਦਾ ਖਿਆਲ ਰੱਖਣ ਵਾਲੀ ਪਾਲੀ ਦਾ ਕਿਸੇ ਨੂੰ ਵੀ ਖਿਆਲ ਨਹੀਂ ਸੀ। ਇੱਕ ਵਾਰੀ ਦਿੱਲੀੋਂ ਆਉਂਦਿਆਂ ਹੋਇਆ ਉਹਦਾ ਪਤੀ ਬੱਚਿਆਂ ਲਈ ਕਿੰਨੀਆਂ ਸਾਰੀਆਂ ਚੀਜ਼ਾਂ ਲਿਆਇਆ ਸੀ। ਬਕਸ ਵਿੱਚੋਂ ਕੱਢ ਕੇ ਉਹਨਾਂ ਨੂੰ ਦਿੰਦਿਆਂ ਉਸਦਾ ਢਾਡਾ ਮਨ 'ਚ ਆਇਆ ਕਿ ਕੁਝ ਉਹਦੇ ਲਈ ਵੀ ਹੋਵੇ, ਪਰ ਕੁਝ ਵੀ ਤਾਂ ਉਹਦੇ ਲਈ ਨਹੀਂ ਸੀ। ਉਹ ਨਿੰਮੋ ਝੁਣੀ ਜੀ ਹੋ ਕੇ ਕੰਮ ਕਰਨ ਜਾ ਲੱਗੀ। ਸਾਰਾ ਦਿਨ ਉਸਦਾ ਦਿਲ ਬੁੱਝਿਆ ਰਿਹਾ। ਬੇਬੀ ਨੇ ਜਦੋਂ ਹੁਣੇ ਬਦਲਿਆ ਕੱਪੜਿਆਂ ਤੇ ਦੁੱਧ ਡੋਲ ਲਿਆ ਤਾਂ ਉਸਨੂੰ ਬੜਾ ਹੀ ਹਰਖ ਚੜਿਆ ਤੇ ਉਸਨੇ ਬੇਬੀ ਦੇ ਥੱਪੜ ਮਾਰਿਆ। ਉਹ ਚੀਕਾਂ ਮਾਰਦੀ ਆਪਣੇ ਪਿਓ ਕੋਲ ਚਲੀ ਗਈ। ਥੱਪੜ ਦਾ ਨਾਂ ਸੁਣ ਕੇ ਅੱਗ ਭਪੂਕਾ ਹੋ ਕੇ ਬਾਹਰ ਆਇਆ ਤੇ ਆਕੜ ਕੇ ਪਾਲੀ ਨੂੰ ਆਖਣ ਲੱਗਾ, ਤੇਜ ਨੇ ਤਾਂ ਕਦੇ ਇਹਨਾਂ ਤੇ ਉਂਗਲ ਵੀ ਨਹੀਂ ਸੀ ਲਾਈ, ਤੂੰ ਹੁਣੇ ਕੁੱਟਣਾ ਸ਼ੁਰੂ ਕਰ ਦਿੱਤਾ। ਬੱਚਿਆਂ ਨੂੰ ਮਾਰਨ ਦੀ ਕੋਈ ਲੋੜ ਨਹੀਂ ਸਾਂਭੇ ਜਾਂਦੇ ਤਾਂ ਬੇਸ਼ੱਕ ਪੇਕੀ ਚਲੀ ਜਾ। ਪਾਲੀ ਕੁਝ ਨਾ ਬੋਲੀ ਪਰ ਬੜੀ ਦੇਰ ਇਕੱਲੀ ਬੈਠੀ ਰੋਂਦੀ ਰਹੀ। ਪਾਲੀ ਸੋਚਦੀ, ਬਸ ਇਵੇਂ ਹੀ ਦਿਨ ਮਹੀਨੇ ਤੇ ਵਰੇ ਬੀਤਦੇ ਜਾਣਗੇ, ਮੈਂ ਗੋਲਾ ਧੰਦਾ ਕਰਦੀ ਤੇ ਝਿੜਕਾ ਖਾਂਦੀ ਰਹਾਂਗੀ। ਹਾਏ ਨੀ ਮਾਂ, ਮੈਨੂੰ ਤਾਂ ਤੂੰ ਕਾਹਦੇ ਲਈ ਰੱਖਿਆ ਸੀ। ਕਈ ਵਾਰੀ ਭਾਂਡੇ ਉਹਦੇ ਹੱਥੋਂ ਛੁੱਟ ਜਾਂਦੇ, ਰੋਟੀ ਤਵੇ ਤੇ ਹੀ ਜਲ ਜਾਂਦੀ, ਬੱਚਿਆਂ ਨੂੰ ਝਿੜਕਿਆ ਜਾਂਦਾ। ਪਰ ਅਚਾਨਕ ਇੱਕ ਦਿਨ ਉਹਨੂੰ ਦੁਨੀਆ ਬਦਲਦੀ ਦਿਸੀ। ਉਹਦੇ ਦਰਵਾਜ਼ੇ ਤੇ ਲੱਗੀ ਵੇਲ ਨੂੰ ਫੁੱਲ ਆ ਰਹੇ ਸਨ। ਵਿਹੜੇ ਵਿੱਚ ਬੀਜ ਗੁਲਾਬ ਨੂੰ ਡੋਡੀਆਂ ਪੈ ਰਹੀਆਂ ਸਨ। ਬੜੇ ਚਾਉ ਨਾਲ ਉਹਨੇ ਆਪਣੇ ਅੰਦਰ ਆਉਂਦੀ ਤਬਦੀਲੀ ਆਪਣੇ ਪਤੀ ਨੂੰ ਦੱਸੀ। ਉਹ ਕੁਝ ਨਾ ਬੋਲਿਆ, ਪਰ ਪਾਲੀ ਦਾ ਡਾਢਾ ਜੀ ਕਰੇ ਕਿ ਉਹ ਅੱਜ ਗਾਵੇ ਤੇ ਨੱਚੇ। ਉਸ ਦਿਨ ਬੱਚੇ ਵੀ ਉਸਨੂੰ ਬੜੇ ਪਿਆਰੇ ਲੱਗੇ। ਉਹਦੇ ਅੰਦਰ ਮਮਤਾ ਜਾਗ ਰਹੀ ਸੀ। ਕੁਝ ਦਿਨ ਮਗਰੋਂ ਉਸਨੂੰ ਉਲਟੀਆਂ ਲੱਗ ਗਈਆਂ। ਪਤੀ ਉਹਦਾ ਕਿੰਨਾ ਚਿਰ ਉਹਦੇ ਵੱਲ ਤੱਕਦਾ ਰਿਹਾ। ਅਗਲੇ ਦਿਨ 2 ਪੁੜੀਆਂ ਲਿਆ ਕੇ ਆਖਣ ਲੱਗਾ, ਖਾ ਲਿਆ, ਤਬੀਅਤ ਠੀਕ ਹੋ ਜਾਵੇਗੀ। ਪਾਲੀ ਨੇ ਸੋਚਿਆ, ਇਹਨਾਂ ਨੂੰ ਮੇਰੀ ਤਬੀਅਤ ਖਰਾਬ ਹੋਣ ਤੇ ਫਿਕਰ ਲੱਗਿਆ, ਤਦ ਹੀ ਇਹ ਦਵਾਈ ਲਿਆਏ ਨੇ। ਇਹਨਾਂ ਨੂੰ ਆਪਣਾ ਆਪ ਚੰਗਾ ਲੱਗਿਆ। ਪੁੜੀਆਂ ਖਾਣ ਤੋਂ 2 ਘੰਟੇ ਮਗਰੋਂ ਉਹਦੇ ਪੇਟ ਵਿੱਚ ਦਰਦ ਸ਼ੁਰੂ ਹੋ ਗਈ। ਰਾਤ ਨੂੰ ਜਦੋਂ ਪਾਲੀ ਦੀ ਤਬੀਅਤ ਬਹੁਤ ਖਰਾਬ ਹੋ ਗਈ ਤਾਂ ਚੀਕਾ ਸੁਣ ਕੇ ਆਈ ਗਵਾਂਢਣ ਨੇ ਉਹਦੇ ਪਤੀ ਨੂੰ ਆਖਿਆ, ਬਹੂ ਤਾਂ ਘੜੀ ਪਲਦੀ ਹੈ, ਕੱਚੀਆਂ ਤਰੇਲੀਆਂ ਆਉਂਦੀਆਂ ਨੇ, ਹੱਥ ਪੈਰ ਠੰਡੇ ਹੋਏ ਪਏ ਨੇ, ਜੇ ਕੋਈ ਵਾਹ ਲੱਗਦੀ ਹੋ ਤਾਂ ਲਾਓ, ਜੇ ਕਿਸੇ ਡਾਕਟਰ ਹਕੀਮ ਨੂੰ ਸੱਦ ਲਓ। ਘਬਰਾਇਆ ਉਹਦਾ ਪਤੀ ਡਾਕਟਰ ਬੁਲਾ ਲਿਆਇਆ। ਡਾਕਟਰ ਦੇ ਪੁੱਛਣ ਤੇ ਜਦੋਂ ਉਹਨੇ ਦੱਸਿਆ ਕਿ ਬੱਚੇ ਸਾਡੇ ਬਥੇਰੇ ਨੇ ਤੇ ਮੈਂ ਦਵਾਈ ਇਹਨੂੰ ਠੀਕ ਹੋਣ ਦੀ ਲਿਆ ਕੇ ਦਿੱਤੀ ਸੀ, ਤਾਂ ਪਾਲੀ ਨੇ ਨਫ਼ਰਤ ਨਾਲ ਉਹਦੇ ਵੱਲ ਤੱਕਿਆ। 15 ਦੇ ਉਹ ਮੰਜੇ ਤੇ ਪਈ ਰਹੀ। ਬੱਚੇ ਉਹਦੇ ਆਲੇ ਦੁਆਲੇ ਫਿਰਦੇ ਰਹੇ, ਪਰ ਉਹਦਾ ਕਿਸੇ ਨਾਲ ਵੀ ਬੋਲਣ ਜਾਂ ਤੱਕਣ ਨੂੰ ਦਿਲ ਨਾ ਕਰਦਾ। ਗੁਆਂਢੀ ਘਰਾਂ ਵਿੱਚੋਂ ਹਾਸੇ ਦੀ ਆਵਾਜ਼ ਸੁਣ ਕੇ ਉਹਦੇ ਖੋਹ ਪੈਣ ਲੱਗ ਜਾਂਦੀ। ਮਨ ਭਟਕਦਾ ਰਹਿੰਦਾ। ਬਿਮਾਰ ਧੀ ਦੀ ਖਬਰ ਸੁਣ ਮਾਂ ਆਪਣੀ ਧੀ ਦੀ ਖਬਰ ਨੂੰ ਆਈ। ਪਾਲੀ ਦਾ ਪੀਲਾ ਫਟਕ ਰੰਗ ਤੇ ਉਦਾਸ ਮੂੰਹ ਦੇਖ ਕੇ ਉਹਦਾ ਕਾਲਜਾ ਖੁੱਸਿਆ। ਪਾਲੀ, ਮੇਰੀ ਧੀ, ਤੈਨੂੰ ਕੀ ਹੋਇਆ? ਕੁੜੇ, ਮਾਂ ਜਲ ਗਈ, ਤੂੰ ਬਿਮਾਰੀ ਦਾ ਸੁਨੇਹਾ ਵੀ ਨਾ ਭੇਜਿਆ, ਮਾਂ ਨੇ ਧੀ ਨੂੰ ਪਿਆਰ ਦਿੰਦਿਆਂ ਆਖਿਆ। ਪਾਲੀ ਦੀਆਂ ਅੱਖਾਂ ਡੁਬਡਬਾ ਆਈਆਂ, ਪਰ ਬੋਲੀ ਕੁਝ ਨਾ। ਮਾਂ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਰਹੀ ਤੇ ਪਾਲੀ ਹੂੰ ਹਾਂ ਦਾ ਸੰਖੇਪ ਜਿਹਾ ਉੱਤਰ ਦਿੰਦੀ ਰਹੀ। ਪਾਲੀ, ਤੈਨੂੰ ਕੀ ਹੋ ਗਿਆ ਹੈ? ਮਾਂ ਨੇ ਉਸਨੂੰ ਡੂੰਘੀਆਂ ਉਦਾਸੀਆਂ ਵਿੱਚ ਖੋਈ ਦੇਖ ਪੁੱਛਿਆ। ਉਹਦੀ ਗੱਲ ਅਣਸੁਣੀ ਕਰ ਉਹ ਬੋਲੀ, ਮਾਂ ਜੀ, ਮੈਂ ਮਰ ਜਾਵਾਂ। ਹੈ ਨੀ ਚੰਦਰੀਏ, ਕੀ ਭੈੜੇ ਬੋਲ ਮੂੰਹੋਂ ਕੱਢਦੀ ਐ? ਮਰ ਕੇ ਤਾਂ ਅਗਲੀ ਨੇ ਹੀ ਬਥੇਰਾ ਭੁੰਨ ਛੱਡਿਆ ਹੈ। ਮਾਂ ਨੇ ਤੜਕ ਕੇ ਬੋਲੀ, ਮੈਂ ਜੀ ਕੇ ਵੀ ਕੀ ਕਰਾਂਗੀ? ਪਾਲੀ ਨੇ ਅੱਖਾਂ ਭਰ ਕੇ ਆਖਿਆ। ਮਾਂ ਕਿੰਨਾ ਚਿਰ ਸਿਰ ਫੜ ਕੇ ਬੈਠੀ ਰਹੀ। ਸ਼ਾਮ ਨੂੰ ਉਹ ਬਲਵੰਤ ਨੂੰ ਆਖਣ ਲੱਗੀ, ਭਾਈ ਕਾਕਾ, ਮੈਂ ਪਾਲੀ ਨੂੰ ਸਵੇਰੇ ਆਪਣੇ ਨਾਲ ਲੈ ਜਾਣਾ ਹੈ। ਜਦੋਂ ਤਾਈਂ ਠੀਕ ਨਹੀਂ ਹੁੰਦੀ ਆਪਣੇ ਕੋਲ ਰੱਖੂੰਗੀ। ਦੇਖ ਤਾਂ ਜਵਾਕੜੀ ਦਾ ਕੀ ਬੁਰਾ ਹਾਲ ਹੋਇਆ ਪਿਆ ਹੈ। ਪਰ ਮਾਂ ਜੀ, ਪਿੱਛੋਂ ਬੱਚਿਆਂ ਨੂੰ ਕੌਣ ਸਾਂਭੇਗਾ? ਉਹ ਬੋਲਿਆ, ਤੇਰੇ ਬੱਚੇ ਪਿੱਛੇ ਮੈਂ ਆਪਣੀ ਧੀ ਮਾਰ ਲਵਾਂ? ਇਹ ਵੀ ਤਾਂ ਕਿਸੇ ਦੀ ਧੀ ਹੈ। ਮਾਂ ਤੱਤੀ ਹੋ ਕੇ ਬੋਲੀ, ਪਰ ਮਰਨ ਵਾਲੀ ਤਾਂ ਭਾਵੇਂ ਕਿੰਨੀ ਵੀ ਬਿਮਾਰ ਹੋ ਜਾਂਦੀ ਸੀ, ਕਦੇ ਪੇਕੇ ਜਾਣ ਨੂੰ ਨਹੀਂ ਸੀ ਆਖਦੀ ਹੁੰਦੀ। ਉਹ ਆਖਣ ਲੱਗਾ, ਮਰਨ ਵਾਲੀ ਦੀਆਂ ਗੱਲਾਂ ਮਰਨ ਵਾਲੀ ਨਾਲ ਗਈਆਂ। 5 ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ। ਨਾਲੇ ਉਹਦਾ ਤਾਂ 25 ਵਰਿਆਂ ਦੀ ਦਾ ਮੈਂ ਵਿਆਹ ਕੀਤਾ ਸੀ ਤੇ 10 ਵਰੇ ਆਪਣੇ ਘਰ ਹਟਾ ਗਈ ਸੀ। ਇਸ 14 ਵਰਿਆਂ ਦੀ ਮੇਰੀ ਬਾਲੜੀ ਨੇ ਕਿਸੇ ਦਾ ਕੀ ਦੇਖਿਆ? ਮੇਰਾ ਤਾਂ ਇਹਦੀ ਸ਼ਕਲ ਦੇਖ ਕੇ ਹੀ ਕਾਲਜਾ ਘਿਰਦਾ ਹੈ। ਇਉਂ ਤਾਂ ਇਹ 4 ਮਹੀਨਿਆਂ ਵਿੱਚ ਹੀ ਮਰ ਮੁੱਕ ਲਊ। ਪਰ ਮਾਂ ਜੀ ਕੀ, ਇਹਦੇ ਪਿਓ ਨੇ ਤਾਂ ਕਦੇ ਕਿਸੇ ਨੂੰ ਉਹ ਨਹੀਂ ਸੀ ਆਖਣ ਦਿੱਤੀ, ਮੇਰੀ ਤਾਂ ਪੁੱਤਾਂ ਵਾਂਗੂ ਪਾਲੀ ਹੋਈ ਹੈ, ਤੇਰੇ ਜਵਾਕਾਂ ਵਰਗੀ ਹੈ ਕਿਸੇ ਦੀ ਵੀ ਜਵਾਕੜੀ। ਇਹ ਵੀ ਬਲਵੰਤ ਅੱਗੋਂ ਕੁਝ ਨਾ ਬੋਲਿਆ। ਫਿਰ ਉਸੇ ਰਾਤ ਉਸਦੇ ਦਿਲ ਵਿੱਚ ਪਤਾ ਨਹੀਂ ਕੀ ਆਈ। ਉਹ ਪਾਲੀ ਕੋਲ ਆ ਕੇ ਬੜਾ ਹੀ ਰੋਇਆ। ਆਖੇ, ਪਾਲੀ ਨੂੰ ਮੈਨੂੰ ਮਾਫ ਕਰ ਦੇ। ਅਗਲੇ ਦਿਨ ਜਦੋਂ ਮਾਂ ਨੇ ਪਾਲੀ ਨੂੰ ਚੱਲਣ ਲਈ ਤਿਆਰ ਹੋ ਜਾਣ ਵਾਸਤੇ ਆਖਿਆ ਤਾਂ ਉਹ ਥੋੜਾ ਮੁਸਕਰਾ ਕੇ ਬੋਲੀ, ਨਹੀਂ ਮਾਂ ਜੀ, ਮੇਰੇ ਪਿੱਛੋਂ ਸਾਡਾ ਘਰ ਕੌਣ ਸੰਭਾਲੇਗਾ? ਬੱਚਿਆਂ ਦਾ ਕੌਣ ਖਿਆਲ ਰੱਖੂ? ਮਾਂ ਹੱਸ ਪਈ। 2 ਦਿਨ ਰਹਿ ਕੇ ਰਾਜੀ ਖੁਸ਼ੀ ਦੀ ਚਿੱਠੀ ਛੇਤੀ ਪਾਉਣ ਦੀ ਤਾਕੀਦ ਕਰਕੇ ਉਹ ਚਲੀ ਗਈ। ਪਾਲੀ ਤੇ ਉਹਦਾ ਪਤੀ ਸਟੇਸ਼ਨ ਤੱਕ ਉਹਨੂੰ ਛੱਡਣ ਗਏ। ਪਾਲੀ ਅੱਜ ਬੜੀ ਸੋਹਣੀ ਲੱਗ ਰਹੀ ਸੀ।
ਠੀਕ ਹੈ ਜੀ, ਧੰਨਵਾਦ ਤੁਹਾਡਾ ਸਾਥੀਓ। ਇੰਨੀ ਹੀ ਕਹਾਣੀ ਸੀ। ਤਾਂ ਪਾਤਰ ਪਾਲੀ ਤੇ ਬਲਵੰਤੀ ਹੀ ਹੈ, ਤਾਂ ਪਾਲੀ ਇਹਦੇ ਵਿੱਚ ਮੁੱਖ ਪਾਤਰ ਹੈ। ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਕਹਾਣੀ ਕਿਸ ਤਰ੍ਹਾਂ ਦੀ ਸੀ ਕਮੈਂਟ ਵਿੱਚ ਜ਼ਰੂਰ ਦੱਸਣਾ।